ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 18ਵੀਂ ਤੇ ਪਦ 6ਵਾਂ ਵਿਚਾਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਵਿਵੇਕ ਬੁੱਧ ਵਾਲਾ ਨਹੀਂ, ਇੰਨਾ ਅਕਲਮੰਦ ਨਹੀਂ ਜਿਹੜਾ ਗੁਰੂ ਸਾਹਿਬ ਦੀਆਂ ਰਮਜ਼ਾਂ ਨੂੰ ਹੂਬਹੂ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰਦਾ ਹੈ, ਬੋਲਦਾ ਹੈ, ਸੁਣਦਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਹੀ ਪ੍ਰਾਣੀ ਨੂੰ ਚਲਾਉਂਦੀ ਹੈ। ਗੁਰੂ ਪਿਆਰਿਓ, ਸੁਖਮਨੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦੇ ਲਈ ਸੱਚੇ ਪਾਤਸ਼ਾਹ ਨੇ ਇੱਕ ਅਨੂਠੀ ਵਿਧੀ ਸਮਝਾਈ ਹੈ। ਇੱਕ ਪਾਸੇ ਚੱਲਣਹਾਰ ਹੈ, ਇੱਕ ਪਾਸੇ ਸਥਿਰ ਹੈ, ਸਦੀਵੀ ਹੈ। ਚੱਲਣਹਾਰ ਛੋਟਾ ਹੈ, ਸਦੀਵੀ ਵਿਰਾਟ ਹੈ, ਬਹੁਤ ਵੱਡਾ ਹੈ। ਭੁੱਲਣਹਾਰ ਹੈ, ਚੱਲਣਹਾਰ ਹੈ, ਦੂਸਰੇ ਪਾਸੇ ਪਰਫੈਕਟ ਹੈ, ਅਭੁੱਲ ਹੈ, ਕਰਤਾਰ ਹੈ। ਸੱਚੇ ਪਾਤਸ਼ਾਹ ਨੇ 2400 ਅੱਖਰਾਂ ਦੀ ਵਰਤੋਂ ਕੀਤੀ ਹੈ ਸੁਖਮਨੀ ਸਾਹਿਬ ਦੇ ਵਿੱਚ। 24 ਅਸ਼ਟਪਦੀਆਂ ਹਨ ਤੇ ਇੱਕ ਅਸ਼ਟਪਦੀ ਦੇ 8 ਪਦ ਹਨ। ਇੱਕ ਪਹਿਰ 8 ਪਦ, 24 ਘੰਟੇ, 24,000 ਅੱਖਰ। ਪ੍ਰਾਣੀ ਦੇ ਨਾਲ ਮਿਲਦਾ ਜੁਲਦਾ ਸੱਚੇ ਪਾਤਸ਼ਾਹ ਨੇ ਇੱਕ ਸਿਸਟਮ ਜਿਹੜਾ ਕਿ ਕੱਚੇ ਤੋਂ ਪੱਕਾ ਹੋਣ ਵਾਲਾ ਹੈ ਉਹ ਤਿਆਰ ਕੀਤਾ ਹੈ। ਪ੍ਰਾਣੀ ਦੇ ਲਈ ਮਿਸ਼ਨ ਹੈ ਕਿ ਉਹਨੇ ਪ੍ਰਭੂ ਨੂੰ ਹਮੇਸ਼ਾ ਧਿਆਉਣਾ ਹੈ, ਇੱਕ ਰੂਟੀਨ ਬਣਾਉਣਾ ਹੈ। ਆਪਣੇ ਰੋਜ਼ ਨਾਮਚੇ ਦੇ ਵਿੱਚ ਹਰ ਰੋਜ਼ ਪ੍ਰੀਤਮ ਦੀ ਉਸਤਤ ਕਰਨੀ ਹੈ। ਬੇਸ਼ੱਕ ਪ੍ਰੀਤਮ ਨੂੰ ਉਸਤਤ ਦੀ ਕੋਈ ਲੋੜ ਨਹੀਂ ਹੈ। ਪ੍ਰਾਣੀ ਦੀ ਉਸਤਤ ਦੇ ਨਾਲ ਪ੍ਰੀਤਮ ਨੇ ਨਾ ਵੱਡਾ ਹੋਣਾ ਹੈ ਨਾ ਛੋਟਾ ਹੋਣਾ ਹੈ। ਲਾਭ ਹੋਣਾ ਹੈ ਤਾਂ ਭਗਤ ਨੂੰ ਹੋਣਾ ਹੈ। ਪ੍ਰੀਤਮ ਨੇ ਤਾਂ ਬਖਸ਼ਣਾ ਹੀ ਹੈ, ਦੇਣਾ ਹੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜੇ ਇੱਕ ਛਿਣ, ਇੱਕ ਪਲ ਜਦੋਂ ਪ੍ਰਾਣੀ ਨੂੰ ਸਵਾਸ ਆਉਂਦਾ ਹੈ, ਉਹ ਹਰ ਸਵਾਸ ਉੱਤੇ ਪ੍ਰੀਤਮ ਦਾ ਨਾਮ ਲਿਖ ਦਿੰਦਾ ਹੈ। ਜਦੋਂ ਸਵਾਸ ਅੰਦਰ ਪ੍ਰਵੇਸ਼ ਕਰਦਾ ਹੈ ਵਾਹਿਗੁਰੂ, ਜਦੋਂ ਬਾਹਰ ਨਿਕਲਦਾ ਹੈ ਉਸ ਵੇਲੇ ਵੀ ਵਾਹਿਗੁਰੂ। ਬੇਸ਼ੱਕ ਪ੍ਰਾਣੀ ਸਵਾਸਾਂ ਨੂੰ ਚਲਾ ਨਹੀਂ ਰਿਹਾ, ਸਵਾਸ ਪ੍ਰੀਤਮ ਦੀ ਬਖਸ਼ਿਸ਼ ਨਾਲ, ਮਿਹਰ ਨਾਲ ਆਪਣੇ ਆਪ ਆ ਰਹੇ ਹਨ। ਕਿੰਨੇ ਆਉਣੇ ਹਨ ਇਹ ਵੀ ਪ੍ਰਭੂ ਦੇ ਹੱਥ ਵਿੱਚ ਹੈ, ਕਿਉਂਕਿ ਪ੍ਰਾਣੀ ਸੁਤੰਤਰ ਹੈ। ਇਸ ਕਰਕੇ ਨਿਰਣਾ ਉਸਨੇ ਲੈਣਾ ਹੈ, ਲਾਭ ਉਸ ਨੂੰ ਹੋਣਾ ਹੈ ਕਿ ਮੈਂ ਸਵਾਸ ਪ੍ਰੀਤਮ ਨੂੰ ਧਿਆਵਾਂ, ਆਪਣੇ ਕ੍ਰੀਏਟਰ ਨੂੰ, ਆਪਣੇ ਰਚਨਹਾਰੇ ਨੂੰ ਸਵੀਕਾਰਾਂ ਤੇ ਉਹਦੀ ਮਿਹਰ ਦਾ ਸ਼ੁਕਰਾਨਾ ਕਰਾਂ। ਵਾਸਤਵਿਕ ਦੇ ਵਿੱਚ ਇਹ ਸੰਭਵ ਨਹੀਂ ਹੈ। ਆਮ ਤੌਰ ਉੱਤੇ ਸੰਸਾਰੀ ਮਾਇਆ ਦੇ ਛਲ ਦੇ ਵਿੱਚ ਫਸ ਜਾਂਦਾ ਹੈ ਤੇ ਆਪਣੇ ਬਾਰੇ ਭੁੱਲ ਜਾਂਦਾ ਹੈ। ਹਰ ਰੋਜ਼ ਦੂਸਰਿਆਂ ਲਈ ਬੋਲਦਾ ਹੈ, ਦੂਸਰਿਆਂ ਲਈ ਸੁਣਦਾ ਹੈ,
ਦੂਸਰਿਆਂ ਲਈ ਕੰਮ ਧੰਦਾ ਕਰਦਾ ਹੈ, ਪਰ ਆਪਣੇ ਆਪ ਨੂੰ ਸਭ ਤੋਂ ਪਿਛਲੀ ਲਾਈਨ ਦੇ ਵਿੱਚ ਖੜਾ ਕਰ ਦਿੰਦਾ ਹੈ ਕਿ ਦੇਖੀ ਜਾਵੇਗਾ, ਜਦੋਂ ਸਮਾਂ ਆਵੇਗਾ ਕੋਈ ਨਾ ਕੋਈ ਬਹਾਨਾ ਢੂੰਡ ਲੈਂਦਾ ਹੈ। ਇਸੇ ਤਰ੍ਹਾਂ ਸਾਰਾ ਜੀਵਨ ਲੰਘ ਜਾਂਦਾ ਹੈ ਤੇ ਵੇਸਲਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਨੇ ਇਸ ਕਰਕੇ ਹੀ ਇੱਕ ਸਵਾਸ ਤੋਂ ਸ਼ੁਰੂ ਕੀਤਾ ਹੈ, ਇੱਕ ਛਿੰਨ ਤੋਂ ਸ਼ੁਰੂ ਕੀਤਾ ਹੈ ਕਿ ਜਿੰਨੀ ਵੀ ਆਜੂ ਤੇਰੀ ਹੈ, ਜਿੰਨੇ ਵੀ ਤੇਰੇ ਸਵਾਸ ਹਨ, ਸਾਰੇ ਦੇ ਸਾਰੇ ਸਫਲ ਹੋ ਜਾਣ। ਤੈਨੂੰ ਮੁੜ ਕੇ 84 ਲੱਖ ਜੂਨ ਦੇ ਸਾਈਕਲ ਦੇ ਵਿੱਚ ਆਉਣਾ ਨਾ ਪਵੇ। ਮੁੱਕ ਜਾਵੇ ਤੇਰਾ ਇਹ ਝੰਜਟ ਜਨਮ ਮਰਨ ਦਾ। ਪ੍ਰੀਤਮ ਪਿਆਰੇ ਨੇ ਸੁਖਮਨੀ ਸਾਹਿਬ ਦੇ ਵਿੱਚ 3 ਮੇਨ ਵਿਸ਼ੇ ਚੁਣੇ ਹਨ। ਪਹਿਲਾ, ਪ੍ਰਭੂ ਪਿਆਰੇ ਦੀ ਮਹਿਮਾ। ਪ੍ਰਭੂ ਦਾ ਗੀਤ ਗਾਇਆ ਹੈ, ਸ਼ਲਾਘਾ ਕੀਤੀ ਹੈ, ਉਹਦੀ ਰਚਨਾ ਦੀ ਸਿਫਤ ਕੀਤੀ ਹੈ, ਰਚਣਹਾਰੇ ਨੂੰ ਸਲਾਹਿਆ ਹੈ। ਉਹਦੇ ਪ੍ਰਸਾਰ ਰੂਪ ਉੱਤੇ ਸੱਚੇ ਪਾਤਸ਼ਾਹ ਨੇ ਮਿਹਰ ਅੱਗੇ ਸਿਰ ਝੁਕਾਇਆ ਹੈ। ਫਿਰ ਜਿਹੜੇ ਸਿਰ ਝੁਕਾਉਣ ਵਾਲੇ ਹਨ, ਜੁਗਾਂ ਜਗਾਂਤਰਾਂ ਤੋਂ ਉਹਨੂੰ ਪਾਉਣ ਵਾਲੇ ਹਨ, ਜਿਨ੍ਹਾਂ ਨੇ ਸ਼ਰਧਾ ਨਾਲ, ਭਗਤੀ ਨਾਲ ਉਹਨੂੰ ਪਾਇਆ ਹੈ, ਫਿਰ ਉਹਦਾ ਰੂਪ ਬਣ ਗਏ ਹਨ। ਉਹਨਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਰਾਬਰ ਦਾ ਰੁਤਬਾ ਦਿੱਤਾ ਹੈ। ਗੁਰੂ ਸਾਹਿਬਾਨ ਰਸਤਾ ਦਿਖਾਉਣ ਵਾਲੇ, ਭਗਤਾਂ ਦੇ ਚਰਨਾਂ ਦੀ ਛੂਹ ਧੂੜੀ ਲੋਚਦੇ ਹਨ। ਇਹ ਵਡਿਆਈ ਹੈ, ਨਿਮਰਤਾ ਹੈ ਕਿ ਜਿਹੜੇ ਉਹਨੂੰ ਧਿਆਉਂਦੇ ਹਨ, ਪਾ ਲੈਂਦੇ ਹਨ, ਉਹ ਸਿਰਮੌਰ ਹਨ। ਕੋਈ ਵੀ ਫਰਕ ਨਹੀਂ ਉਹਨਾਂ ਤੇ ਪ੍ਰੀਤਮ ਪਿਆਰੇ ਵਿੱਚ। ਪ੍ਰੀਤਮ ਵੀ ਵੰਡਦਾ ਹੈ, ਗੱਫੇ ਦਿੰਦਾ ਹੈ ਦਿਨ ਰਾਤ, ਭਰਿਆ ਹੋਇਆਂ ਨੂੰ ਹੋਰ ਭਰਦਾ ਹੈ, ਖਾਲੀਆਂ ਨੂੰ ਉਜਲ ਬਣਾ ਦਿੰਦਾ ਹੈ, ਫਿਰ ਭਰੇ ਹੋਏ ਵਰਤਾਰਾ ਕਰਦੇ ਹਨ, ਵੰਡਦੇ ਹਨ। ਇਹ ਖੇਡ ਹੈ ਦਾਤੇ ਦੀ। ਇੱਕ ਅਬੱਲੀ ਰਚਨਾ ਰਚਾਈ ਹੈ ਕਿ ਹਰ ਰਚਨਾ ਦੇ ਵਿੱਚ ਆਪ ਵਸਦਾ ਹੋਇਆ ਵੀ ਆਪਣੇ ਆਪ ਨੂੰ ਇੱਕ ਦੇ ਰੂਪ ਦੇ ਵਿੱਚ ਰੱਖ ਰਿਹਾ ਹੈ। ਤੀਸਰਾ, ਜਿਹੜੇ ਨੈਗੇਟਿਵ ਸੋਚ, ਨਾ ਪੱਖੀ ਸੋਚ ਵਾਲੇ ਆਪਣੇ ਆਪ ਨੂੰ ਜਾਂ ਪਦਾਰਥ ਨੂੰ ਹੀ ਇੰਨਾ ਐਕਸੈਪਟ ਕਰਦੇ ਹਨ, ਉਹਨਾਂ ਦੇ ਹਿਰਦੇ ਦੇ ਵਿੱਚ ਰਚਣਹਾਰੇ ਦੀ ਕੋਈ ਥਾਂ ਨਹੀਂ। ਹਾਂ, ਰਚਨਾ ਦੇ ਵਿੱਚ ਯਕੀਨ ਕਰਦੇ ਹਨ, ਪਰ ਨਾਲ ਹੀ ਜਿਹੜੇ ਉਹਨੂੰ ਧਿਆਉਂਦੇ ਹਨ, ਰਚਣ ਆਰੇ ਦੇ ਅੱਗੇ ਝੁਕਦੇ ਹਨ, ਉਹਨਾਂ ਦਾ ਅਪਮਾਨ ਕਰਦੇ ਹਨ। ਉਹਨਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਦੋਖੀ, ਸੰਤਨ ਕੇ ਦੋਖੀ, ਨਿੰਦਕ, ਚੁਗਲਖੋਰ, ਚੋਰ, ਹਰਾਮਖੋਰ, ਕੂੜਿਆਰ ਕਰਕੇ ਦਰਸਾਇਆ ਹੈ ਤੇ ਭਲੀ ਭਾਂਤ ਉਹਨਾਂ ਨੂੰ ਇਹ ਸਿੱਧ ਕਰ ਦਿੱਤਾ ਕਿ ਤੁਸੀਂ ਇੱਕ ਜਿਉਂਦੀਆਂ ਲਾਸ਼ਾਂ ਤੁਰੇ ਫਿਰਦੇ ਹੋ।
ਨਾ ਤੁਸੀਂ ਇੱਧਰ ਦੇ ਹੋ ਤੇ ਨਾ ਉੱਧਰ ਦੇ ਹੋ। ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਜਿਹੜਾ ਅਵਲਾਖੀ ਹੈ ਅੰਮ੍ਰਿਤ ਦਾ, ਜਿਹਨੇ ਤਪੱਸਿਆ ਕੀਤੀ ਹੈ, ਦਿਨ ਰਾਤ ਉਹਦਾ ਨਾਮ ਜਪਿਆ ਹੈ, ਉਹਨੂੰ ਧਿਆਇਆ ਹੈ, ਤੜਫਿਆ ਹੈ, ਬਬੀਹੇ ਦੀ ਤਰ੍ਹਾਂ ਤੜਫਿਆ ਹੈ, ਮਛਲੀ ਦੀ ਤਰ੍ਹਾਂ ਤੜਫਿਆ ਹੈ, ਕੋਇਲ ਦੀ ਤਰ੍ਹਾਂ ਉਹਨੇ ਬੇਬਲਤਾ ਦਾ, ਵਿਛੋੜੇ ਦਾ ਗੀਤ ਗਾਇਆ ਹੈ। ਉਹਨਾਂ ਪਿਆਰਿਆਂ ਬਾਰੇ ਸੱਚੇ ਪਾਤਸ਼ਾਹ ਮਿਹਰ ਕਰਕੇ ਸਾਨੂੰ ਸਮਝਾਉਂਦੇ ਹਨ, ਇਹੋ ਹਰ ਰਸ ਭਾਵੇ ਜਨ ਕੋਏ। ਜਿਹੜਾ ਹਰੀ ਦਾ ਰਸ ਹੈ, ਅੰਮ੍ਰਿਤ ਹੈ, ਆਬੇ ਹਯਾਤ ਹੈ, ਜਿਹੜਾ ਮਰਨ ਤੋਂ ਮੁਕਤੀ ਪ੍ਰਾਪਤ ਕਰਦਾ ਹੈ, ਅਸਥਾਈ ਤੋਂ ਸਥਾਈ ਬਣਾਉਂਦਾ ਹੈ, ਉਹ ਰਸ ਕਿਸੇ ਕਿਸੇ ਦੇ ਹਿੱਸੇ ਦੇ ਵਿੱਚ ਆਉਂਦਾ ਹੈ। ਸਿਰਫ ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਉੱਤੇ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ, ਕਿਰਪਾਲ ਕਿਰਪਾਲੂ ਹੋ ਜਾਂਦਾ ਹੈ। ਗੁਰੂ ਪਿਆਰਿਓ, ਉਸ ਆਬੇ ਹਯਾਤ ਨੂੰ ਪੀਣ ਦੇ ਲਈ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ, ਆਪਣੇ ਆਪ ਨੂੰ ਕੁਰਬਾਨ ਕਰਨਾ ਪੈਂਦਾ ਹੈ, ਆਪਣਾ ਨਵਾਂ ਪੈਦਾ ਕਰਨਾ ਪੈਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜਾ ਉਹਨੂੰ ਪੀ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ, ਮੌਤ ਤੋਂ ਰਹਿਤ ਹੋ ਜਾਂਦਾ ਹੈ, ਉਹਨੂੰ ਮੌਤ ਕਦੇ ਵੀ ਨਹੀਂ ਆਉਂਦੀ। ਭਾਵ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਰਚਨਾ ਤੋਂ ਰਚਨਹਾਰ ਕਨਵਰਟ ਹੋ ਜਾਂਦਾ ਹੈ, ਉਹਦੀ ਟੈਂਪਰੇਰੀ ਹੋਂਦ ਮਿਟ ਜਾਂਦੀ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਜਿਹੜਾ ਆਬੇ ਹਯਾਤ ਨੂੰ ਪੀ ਲੈਂਦਾ ਹੈ ਉਹ ਤਰ ਜਾਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਨ੍ਹਾਂ ਨੇ ਵੀ ਅੱਜ ਤੱਕ ਉਹਨੂੰ ਪੀਤਾ ਹੈ, ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਹੀ ਪੀਤਾ ਹੈ। ਜਦੋਂ ਉਹਨੇ ਗਲ ਦੇ ਨਾਲ ਲਾਇਆ, ਪ੍ਰਾਣੀ ਨੇ ਆਪਣਾ ਸਬਕ ਪੂਰਾ ਕਰ ਲਿਆ, ਧਿਆਉਣ ਦਾ, ਨਾਮ ਜਪਣ ਦਾ। ਜਦੋਂ ਪ੍ਰਭੂ ਦਿਆਲੂ ਹੋ ਗਿਆ ਤਾਂ ਉਹਨੇ ਆ ਕੇ ਉਹਨੂੰ ਆਪਣੀ ਗਲਵੱਖੜੀ ਦੇ ਵਿੱਚ ਲੈ ਲਿਆ ਤੇ ਬਖਸ਼ ਦਿੱਤਾ ਅੰਮ੍ਰਿਤ, ਜਿਹੜਾ ਸਦਾ ਦੇ ਲਈ ਉਹਨੂੰ ਆਪਣੇ ਵਰਗਾ ਬਣਾ ਗਿਆ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣ ਤਾਸ। ਇਨਸਾਨ ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਜ਼ਿੰਦਗੀ ਹੰਢਾਉਂਦਾ ਹੈ ਤੇ ਫਿਰ ਖਤਮ ਹੋ ਜਾਂਦਾ ਹੈ। ਜਨਮ ਦਾ, ਹੰਢਾਉਂਦਾ ਤੇ ਖਤਮ ਹੁੰਦਾ। ਇੱਕ ਪ੍ਰੋਸੀਜਰ ਹੈ, 3 ਸਟੇਜਾਂ ਹਨ: ਜਨਮ, ਮਰਨ ਤੇ ਜੀਵਨ। ਜਨਮ ਦੇ ਉਹਦਾ ਕੋਈ ਜ਼ੋਰ ਨਹੀਂ ਹੈ ਤੇ ਨਾ ਹੀ ਮਰਨ ਉੱਤੇ। ਜ਼ਿੰਦਗੀ ਉਹਦੇ ਵੱਸ ਦੇ ਵਿੱਚ ਹੈ, ਜਿਹੜੀ ਦੋਨਾਂ ਉੱਤੇ ਅਸਰ ਕਰਦੀ ਹੈ, ਜਨਮ ਤੇ ਮਰਨ ਉੱਤੇ। ਜਦੋਂ ਪ੍ਰਾਣੀ ਜ਼ਿੰਦਗੀ ਦੇ ਵਿੱਚ ਰਿਐਲਿਟੀ ਸਮਝ ਲੈਂਦਾ ਹੈ ਕਿ ਇਹ ਇੱਕ ਪ੍ਰਭੂ ਦੀ ਬਣਾਈ ਹੋਈ ਲੀਲਾ ਹੈ, ਆਰਜੀ ਹੈ, ਵਿਛੜਨ ਵਾਲੀ ਹੈ। ਪਹਿਲਾਂ ਉਹ ਬਰਾਗ ਦੇ ਵਿੱਚ ਆਉਂਦਾ ਹੈ, ਭੈ ਦੇ ਵਿੱਚ ਆਉਂਦਾ ਹੈ, ਡਰ ਜਾਂਦਾ ਹੈ। ਪਰ ਜਦੋਂ
ਡਰ ਦੇ ਵਿੱਚੋਂ ਉਹ ਭਗਤੀ ਵੱਲ ਤੁਰਦਾ ਹੈ, ਆਸਰਾ ਲੱਭਦਾ ਹੈ, ਫਿਰ ਉਹਨੂੰ ਆਸਰਾ ਮਿਲ ਜਾਂਦਾ ਹੈ ਤਾਂ ਮੁੜ ਕੇ ਡਰਦਾ ਨਹੀਂ ਹੈ। ਇਹ ਕਿਰਿਆ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਭਲੀ ਭਾਂਤ ਤਜਰਬਾ ਹੈ, ਪੂਰੇ ਦਾ ਪੂਰਾ ਅੱਖਾਂ ਨਾਲ ਤੱਕ ਰਹੇ ਹਨ ਕਿ ਪ੍ਰਾਣੀ ਤੂੰ ਇਸ ਜੀਵਨ ਨੂੰ ਸੁਧਾਰਨ ਦੇ ਲਈ ਉਸ ਇੱਕ ਦਾ ਸ਼ੁਕਰਾਨਾ ਕਰ, ਉਹ ਤੈਨੂੰ ਆਬੇ ਹਯਾਤ ਬਖਸ਼ ਦੇਵੇਗਾ। ਲਾਭ ਤੈਨੂੰ ਹੋਵੇਗਾ ਕਿ ਤੂੰ ਕਦੇ ਮਰੇਗਾ ਨਹੀਂ, ਹਮੇਸ਼ਾ ਦੇ ਲਈ ਜੀਵਤ ਹੋ ਜਾਵੇਗਾ। ਜਿਨ੍ਹਾਂ ਨੇ ਪਦਾਰਥ ਨਾਲ ਅੰਮ੍ਰਿਤ ਪਾਉਣ ਦਾ ਯਤਨ ਕੀਤਾ, ਰੋਬ ਨਾਲ ਜੇ ਮੰਗਿਆ ਵੀ ਤਾਂ ਸਿਰ ਅਕੜਾ ਕੇ, ਸੀਨਾ ਤਾੜ ਕੇ, ਹੰਕਾਰ ਨਾਲ। ਰਾਵਣ, ਹਰਨਾਕਸ਼, ਸੁਕਰਾਤ ਵਰਗਾ ਦਰਵੇਸ਼ ਜਿਹਨੂੰ ਇਹਨਾਂ ਲੋਕਾਂ ਨੇ ਜ਼ਹਿਰ ਪਿਲਾ ਦਿੱਤੀ। ਹਰਨਾਕਸ਼ ਤੇ ਰਾਵਣ ਦੋਨੇ ਹੰਕਾਰੀ ਤਰੀਕੇ ਨਾਲ ਮੰਗਿਆ, ਪਰ ਸੁਕਰਾਤ ਨੇ ਨਿਮਰਤਾ ਨਾਲ ਮੰਗਿਆ। ਸਿਕੰਦਰ ਬਾਦਸ਼ਾਹ ਜਿਹੜਾ ਸਾਰੀ ਦੁਨੀਆ ਨੂੰ ਸਰ ਕਰਨ ਦੇ ਲਈ ਤੁਰਿਆ, ਉਹਨੇ ਵੀ ਰੋਬ ਨਾਲ ਮੰਗਿਆ, ਤਾਕਤ ਦੇ ਜ਼ੋਰ ਨਾਲ। ਜਦੋਂ ਉਹਨੇ ਇਸ ਤਰ੍ਹਾਂ ਦੀਆਂ ਮਿੰਨਤਾਂ ਕੀਤੀਆਂ, ਤਾਕਤ ਦੇ ਹੰਕਾਰ ਦੇ ਅੰਦਰ, ਜਿਵੇਂ ਰਾਵਣ ਨੂੰ ਪ੍ਰਭੂ ਨੇ ਬਖਸ਼ਿਸ਼ ਕਰ ਦਿੱਤੀ ਕਿ ਤੂੰ ਨਾ ਦਿਨੇ ਨਾ ਰਾਤ ਮਰੇਗਾ, ਇਸੇ ਤਰ੍ਹਾਂ ਹਰਨਾਕਸ਼ ਨੂੰ ਬਖਸ਼ ਦਿੱਤਾ ਕਿ ਤੈਨੂੰ ਕੋਈ ਜਾਨਵਰ ਨਹੀਂ ਮਾਰੇਗਾ, ਤੂੰ ਕਿਸੇ ਹਥਿਆਰ ਨਾਲ ਨਹੀਂ ਮਰੇਗਾ। ਸਾਰੀਆਂ ਦੀਆਂ ਸਾਰੀਆਂ ਕਿਰਿਆਵਾਂ ਬਦਲ ਦਿੱਤੀਆਂ ਗਈਆਂ ਕਿ ਪ੍ਰਭੂ ਕੁਝ ਵੀ ਕਰ ਸਕਦਾ ਹੈ। ਦਿਨ ਰਾਤ ਦੇ ਵਿਚਕਾਰ ਵੀ ਕੋਈ ਜਗ੍ਹਾ ਹੈ, ਹਥਿਆਰਾਂ ਜਾਂ ਪ੍ਰੈਜੈਂਟ ਜੂਨੀਅਰ ਤੋਂ ਇਲਾਵਾ ਵੀ ਕੋਈ ਹੋਰ ਜਗ੍ਹਾ ਹੈ। ਕੋਈ ਨਵਾਂ ਜਾਨਵਰ ਪੈਦਾ ਹੋ ਸਕਦਾ ਹੈ, ਜਨਮ ਲੈ ਸਕਦਾ ਹੈ। ਇਸੇ ਤਰ੍ਹਾਂ ਹਰਨਾਕਸ਼ ਦੇ ਨਾਲ ਹੋਇਆ। ਸਿਕੰਦਰ ਬਾਦਸ਼ਾਹ ਦੀ ਗੱਲ ਵੱਖਰੀ ਹੈ। ਜਦੋਂ ਬਹੁਤ ਕੁਝ ਪ੍ਰਾਪਤ ਕਰ ਲਿਆ, ਸਿਕੰਦਰ ਨੇ ਸੋਚਿਆ ਜ਼ਮੀਨ ਜਿੱਤਣ ਵਾਂਗੂ ਪ੍ਰਭੂ ਨੂੰ ਵੀ ਜਿੱਤਿਆ ਜਾ ਸਕਦਾ ਹੈ। ਬੜਾ ਆਸਰਾ ਲਿਆ, ਬੜੀਆਂ ਖੋਜਾਂ ਖੋਜੀਆਂ ਤਾਂ ਪਤਾ ਲੱਗਿਆ ਕਿ ਇੱਕ ਸੁਰਗ ਹੈ। ਸੁਰਗ ਦੇ ਵਿੱਚ ਇੱਕ ਦੀਵਾ ਬਲਦਾ ਹੈ ਤੇ ਉੱਥੇ ਆਬੇ ਹਯਾਤ ਦਾ ਇੱਕ ਪਿਆਲਾ ਮਿਲਦਾ ਹੈ, ਜਿਹਨੂੰ ਪੀ ਕੇ ਇਨਸਾਨ ਇਸ ਧਰਤੀ ਤੋਂ ਨਹੀਂ ਜਾਂਦਾ, ਅਮਰ ਹੋ ਜਾਂਦਾ ਹੈ। ਕਹਿੰਦੇ ਨੇ ਜਦੋਂ ਸਿਕੰਦਰ ਉਸ ਸੁਰਗ 'ਚ ਵੜਨ ਲੱਗਿਆ ਜਿੱਥੋਂ ਲੋ ਆ ਰਹੀ ਸੀ, ਚਾਨਣ ਹੋ ਰਿਹਾ ਸੀ, ਤਾਂ ਇੱਕ ਕਾਂ ਨੇ ਕਾਂ ਕਰਕੇ ਉਹਨੂੰ ਰੋਕ ਲਿਆ ਕਿ ਤੂੰ ਅੰਦਰ ਨਾ ਜਾ, ਤੇਰੇ ਵਰਗਾ ਹੀ ਸਾਂ, ਬੜਾ ਫੈਲ ਫੈਲਾਇਆ ਸੀ
ਮੈਂ ਇਹ ਪਿਆਲਾ ਪੀ ਚੁੱਕਿਆ ਹਾਂ ਤੇ ਮੇਰੀ ਸ਼ਕਲ ਦੇਖ ਲੈ। ਸਿਰਫ ਕਾਂ ਕਾਂ ਹੀ ਦੱਸਦੀ ਹੈ ਕਿ ਮੈਂ ਕਊਆ ਹਾਂ। ਮੇਰਾ ਕੋਈ ਵੀ ਸਾਥੀ ਨਹੀਂ ਰਿਹਾ। ਮੈਂ ਇੱਕ ਅਜਨਬੀ ਹਾਂ। ਮੈਂ ਹਰ ਰੋਜ਼ ਬੇਨਤੀ ਕਰਦਾ ਹਾਂ ਉਸ ਈਸ਼ਵਰ ਦੇ ਅੱਗੇ ਕਿ ਮੇਰਾ ਵਾਅਦਾ ਤੋੜ ਦੇ। ਮੈਨੂੰ ਮਨਜ਼ੂਰ ਨਹੀਂ ਹੈ ਮੋਖਸ਼। ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ। ਉਹਨਾਂ ਭਗਤਾਂ ਦੀ ਤਰ੍ਹਾਂ, ਉਹਨਾਂ ਜਨਾਂ ਦੀ ਤਰ੍ਹਾਂ ਜਿਹੜੇ ਤੇਰੇ ਆਸਰੇ ਸਦੀਵੀ ਜੀਵਨ ਜੀ ਰਹੇ ਹਨ, ਤੇਰਾ ਰੂਪ ਬਣ ਗਏ ਹਨ। ਮੈਨੂੰ ਮੇਰਾ ਮੋਕਸ਼ ਨਹੀਂ ਚਾਹੀਦਾ। ਮੈਨੂੰ ਇਹ ਆਬੇ ਹਯਾਤ ਦਾ ਪਿਆਲਾ ਨਹੀਂ ਚਾਹੀਦਾ। ਕਹਿੰਦੇ ਨੇ ਵੀ ਸਿਕੰਦਰ ਨੂੰ ਇਹ ਗੱਲ ਭਾ ਗਈ ਤੇ ਉਹ ਦੱਬੇ ਪੈਰੀ ਵਾਪਸ ਆ ਗਿਆ ਤੇ ਆ ਕੇ ਆਪਣੇ ਸਲਾਹਕਾਰਾਂ ਨੂੰ ਕਹਿਣ ਲੱਗਿਆ ਕਿ ਜਿਸ ਦਿਨ ਮੈਨੂੰ ਮਰਗਟ ਵੱਲ ਲੈ ਕੇ ਜਾਓ, ਮੇਰੇ ਦੋਨੇ ਹੱਥ ਬਾਹਰ ਕੱਢ ਦੇਣੇ ਤੇ ਮੁੱਠੀਆਂ ਖੋਲ ਦੇਣੀਆਂ। ਬਾਦਸ਼ਾਹ ਸ਼ਰੀਅਤ ਦੇ ਉਲਟ ਹੈ ਇਹ। ਅਸੀਂ ਨਹੀਂ ਕਰ ਸਕਦੇ, ਮਰਿਆਦਾ ਨਹੀਂ ਹੈ। ਕਹਿੰਦੇ ਸਿਕੰਦਰ ਨੇ ਝੁਕ ਕੇ ਕਿਹਾ ਕਿ ਮੇਰੀ ਇੱਕ ਤਾਂ ਮਿੰਤ ਮੰਨ ਲਓ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਦੁਨੀਆ ਨੂੰ ਕਿ ਜਿੰਨਾ ਮਰਜ਼ੀ ਕੁਝ ਕਰ ਲਵੋ, ਜਿੰਨੀਆਂ ਮਰਜ਼ੀ ਢੇਰੀਆਂ ਲਾ ਲਵੋ, ਸੋਨਾ ਚਾਂਦੀ ਜਿੰਨਾ ਮਰਜ਼ੀ ਜਮ੍ਹਾਂ ਕਰ ਲਓ, ਜ਼ਮੀਨ 'ਤੇ ਜਿੰਨਾ ਮਰਜ਼ੀ ਕਬਜ਼ਾ ਕਰ ਲਵੋ, ਆਪਣੇ ਨਾਂ ਨੂੰ ਜਿੰਨਾ ਮਰਜ਼ੀ ਚਮਕਾ ਲਵੋ, ਪਰ ਆਹ ਜਿਹੜੇ ਦੋਨੇ ਹੱਥ ਨੇ ਖਾਲੀ ਨੇ। ਕਹਿੰਦੇ ਇਸੇ ਤਰ੍ਹਾਂ ਕੀਤਾ ਗਿਆ। ਦੁਨੀਆ ਜਿੱਤਣ ਵਾਲਾ ਖਾਲੀ ਹੱਥ ਗਿਆ। ਜਿਹੜੇ ਪਿਆਰੇ ਹੈ ਪ੍ਰਭੂ ਦੇ, ਜਨ ਦਾਸ ਸੇਵਕ ਨੇ, ਉਹਨਾਂ ਨੂੰ ਇਸ ਅਵਸਥਾ ਦੇ ਵਿੱਚੋਂ ਲੰਘਣਾ ਨਹੀਂ ਪੈਂਦਾ। ਉਹਨਾਂ ਦਾ ਆਬੇ ਹਯਾਤ ਪ੍ਰਭੂ ਦੇ ਵਿੱਚ ਸਮਾ ਜਾਣਾ ਹੈ। ਉਹਨਾਂ ਦੀ ਆਪਣੀ ਹੋਂਦ ਮੁੱਕ ਜਾਂਦੀ ਹੈ। ਜਿਵੇਂ ਪਾਣੀ ਦੀ ਬੂੰਦ ਦੀ ਹੋਂਦ ਸਮੁੰਦਰ ਦੇ ਵਿੱਚ ਮਿਲ ਕੇ ਬਦਲ ਜਾਂਦੀ ਹੈ ਉਹਦਾ ਰੂਪ, ਇਸੇ ਤਰ੍ਹਾਂ ਹੀ ਪ੍ਰਭੂ ਦਾ ਭਗਤ ਪ੍ਰਭੂ ਬਣ ਜਾਂਦਾ ਹੈ। ਸਾਰੇ ਗੁਣਾਂ ਦਾ ਮਾਲਕ, ਨੇਕੀਆਂ ਦਾ ਬਾਦਸ਼ਾਹ, ਬਾਦਸ਼ਾਹ ਦਾ ਬਾਦਸ਼ਾਹ ਬਣ ਜਾਂਦਾ ਹੈ। ਸਾਰੇ ਦੇ ਸਾਰੇ ਗੁਣ ਪ੍ਰਗਟ ਹੋ ਜਾਂਦੇ ਹਨ। ਜਾ ਕੇ ਮਨ ਪ੍ਰਗਟੇ ਗੁਣਤਾਸ, 8 ਪਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕੋ ਦੇ। ਜਦੋਂ 24 ਘੰਟੇ ਉਹਦਾ ਨਾਮ ਜਪ ਕੇ ਉਹਦਾ ਰੂਪ ਬਣ ਗਿਆ, ਪ੍ਰੇਮੀ ਪ੍ਰੇਮ ਕਰਨ ਵਾਲਾ ਬਣ ਗਿਆ, ਫਿਰ ਭਰ ਗਿਆ, ਵੰਡਣ ਵਾਲਾ ਬਣ ਗਿਆ। 13 ਕਹਿ ਕੇ ਲੁਕਾਈ ਨੂੰ ਵੰਡ ਰਿਹਾ। ਸੇਵਕ ਤੋਂ ਸੇਵਾਦਾਰ ਦਾ ਰੂਪ ਧਾਰਨ ਕਰ ਲਿਆ। ਵੱਡਾ ਦਾਤਾ ਬਣ ਗਿਆ। ਨਾਲ ਮੱਤ ਵੀ ਦਿੰਦਾ ਹੈ ਤੇ ਨਾਲ ਦੇਣਾ ਵੀ ਦੇ ਰਿਹਾ ਹੈ।
ਅੱਠੇ ਪਹਿਰ ਨਾਮ ਲੈਣ ਵਾਲਾ ਪ੍ਰਭੂ ਦਾ ਭਗਤ ਆਪਣੇ ਸੇਵਕ ਨੂੰ ਸੱਚੀ ਮੱਤ ਦਿੰਦਾ ਹੈ। ਆਠ ਪਹਿਰ ਹਰ ਕਾ ਨਾਮ ਲੈ, ਅੱਠੇ ਪਹਿਰ ਉਹਨੂੰ ਧਿਆ, ਉਹਦਾ ਨਾਮ ਲੈ, ਪ੍ਰਸੰਨ ਹੋ ਜਾਵੇਗਾ। ਸੱਚ ਉਪਦੇਸ਼ ਸੇਵਕ ਕੋ ਦੇ, ਉਹ ਦਾਤਾ ਸੱਚਾ ਉਪਦੇਸ਼ ਆਪਣੀ ਮਿਹਰ ਸੱਚੀ ਉਹਦੇ ਉੱਤੇ ਕਰ ਦਿੰਦਾ ਹੈ। ਮੋਹ ਮਾਇਆ ਕੇ ਸੰਗ ਨ ਲੇਪ, ਮਨ ਮੈਂ ਰਾਖੇ ਹਰ ਹਰ ਏਕ। ਸੱਚੇ ਪਾਤਸ਼ਾਹ ਨੇ ਲੇਪ ਦਾ ਸ਼ਬਦ ਵਰਤਿਆ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਹਰ ਕੋਈ ਲੇਪ ਦੇ ਥੱਲੇ ਰਹਿ ਰਿਹਾ ਹੈ। ਕਿਸੇ ਨੂੰ ਵੀ ਅਸਲੀ ਨਹੀਂ ਪਤਾ। ਲੇਪ ਦਾ ਦੂਜਾ ਭਾਵ ਹੈ ਮੇਕਅਪ। ਮੇਕ ਤੇ ਅਪ, ਆਪਣੇ ਆਪ ਨੂੰ ਪਹਿਲਾਂ ਨਾਲੋਂ ਵੱਖਰਾ ਬਣਾਉਣਾ, ਆਪਣੇ ਆਪ ਨੂੰ ਸਜਾਉਣਾ ਤਾਂ ਕਿ ਦੁਨੀਆ ਨੂੰ ਲੱਗੇ ਵਧੀਆ, ਸੋਹਣਾ ਲੱਗੇ। ਇਹ ਮਾਇਆ ਦਾ ਇੱਕ ਤੌਰ ਤਰੀਕਾ ਹੈ। ਆਪ ਵੀ ਲੋਕਾਂ ਨੂੰ ਭੇਖ ਧਾਰ ਕੇ ਠੱਗਦੀ ਹੈ। ਮਾਇਆ ਦਾਸ ਵੀ ਇਸੇ ਤਰ੍ਹਾਂ ਉਹਦੀ ਕੰਪਨੀ ਦਾ ਲੇਪ ਚੜ੍ਹਾ ਲੈਂਦੇ ਹਨ, ਆਪਣਾ ਮੇਕਅਪ ਕਰ ਲੈਂਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਪ੍ਰਭੂ ਨੂੰ ਸਿਮਰਨ ਵਾਲੇ, ਪ੍ਰਭੂ ਨੂੰ ਧਿਆਉਣ ਵਾਲੇ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ। ਇਹ ਮੇਕਅਪ ਦੇ ਚੱਕਰ 'ਚ ਨਹੀਂ ਪੈਂਦੇ, ਲੇਪ ਨਹੀਂ ਕਰਦੇ ਆਪਣੇ ਚਿਹਰੇ ਉੱਤੇ। ਅਸਲੀ ਨੂੰ ਨਕਲੀ ਨਹੀਂ ਬਣ ਦਿੰਦੇ, ਅਸਲੀ ਹੀ ਰੱਖਦੇ ਹਨ। ਮੋਹ ਮਾਇਆ ਕੇ ਸੰਗ ਨਾ ਲੇਪ, ਉਹ ਸੰਸਾਰੀ ਮਮਤਾ ਅਤੇ ਦੌਲਤ ਨਾਲ ਪਲੀਤ ਨਹੀਂ ਹੁੰਦੇ, ਬਣਾਵਟੀ ਸਜਾਵਟ ਨਹੀਂ ਕਰਦੇ। ਉਹਨਾਂ ਦਾ ਮੇਕਅਪ ਸਿਰਫ ਇੱਕੋ ਹੈ ਕਿ ਉਹਨਾਂ ਨੇ ਇੱਕ ਵੇਰ ਆਪਣਾ ਆਪ ਇੱਕ ਨੂੰ ਦੇ ਦਿੱਤਾ, ਮੁੜ ਕੇ ਨਹੀਂ ਦੇਖਿਆ ਕਿਸੇ ਹੋਰ ਵੱਲ, ਆਪਣੇ ਆਪ ਨੂੰ ਸੌਂਪ ਦਿੱਤਾ। ਫਿਰ ਉਹਦੇ ਹੀ ਬਣ ਗਏ। ਉਹੀ ਉਹਨਾਂ ਦੀ ਸੁਰੱਖਿਆ, ਉਹੀ ਉਹਨਾਂ ਦੀ ਓਟ, ਉਹੀ ਉਹਨਾਂ ਦਾ ਆਸਰਾ ਬਣ ਗਿਆ ਹਮੇਸ਼ਾ ਦੇ ਲਈ। ਉਸ ਆਸਰੇ ਦੇ ਵਿੱਚੋਂ ਜਿਹੜਾ ਹਨੇਰਾ ਸੀ, ਮਨ ਅਧੇਰ ਕੁੰਭ ਦੇ ਵਿੱਚ ਫਸਿਆ ਹੋਇਆ ਸੀ, ਏਕ ਅੰਧਕਾਰ ਦੀਪਕ ਪ੍ਰਗਾਸੇ। ਉਸ ਹਨੇਰ ਘੁੱਪ ਦੇ ਵਿੱਚ ਇੱਕ ਦੀਵੇ ਦੀ, ਰੂਹਾਨੀ ਦੀਪ ਦੀ ਰੌਸ਼ਨੀ ਪ੍ਰਕਾਸ਼ ਹੋ ਗਈ। ਹਿਰਦਾ ਖਿਲ ਉੱਠਿਆ, ਦੋਨਾਂ ਜਹਾਨਾਂ ਦਾ ਪਤਾ ਚੱਲ ਗਿਆ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ। ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ। ਜਦੋਂ ਚਾਨਣ ਹੋ ਗਿਆ ਤਾਂ ਸੁਭਾਵਕ ਹੀ ਜਿਹੜੇ ਦੁੱਖ ਸੀ, ਪਿਆਰ, ਨਫ਼ਰਤ, ਪੰਜੇ ਤੱਤਾਂ ਦੇ ਬਣਾਏ ਹੋਏ ਦੁੱਖ ਸੁੱਖ ਨੱਸ ਗਏ। ਸੱਚੇ ਪਾਤਸ਼ਾਹ ਨੇ ਮੋਹ ਦੀ ਗੱਲ ਕੀਤੀ ਹੈ। ਮੋਹ ਮਾਇਆ ਦੇ ਨਾਲ ਜਿਹੜਾ ਦੁੱਖ ਪੈਦਾ ਕਰਦਾ ਹੈ। ਦੋਨੇ ਇੱਕ ਤਸਵੀਰ ਦੇ ਪਾਸੇ ਹਨ। ਜਿੱਥੇ ਮੋਹ ਹੈ
ਉਹ ਫਸਾਉਣ ਵਾਲਾ ਦੂਤ ਹੈ। ਜਿਵੇਂ ਆਮ ਦੇਖਿਆ ਜਾਂਦਾ ਹੈ, ਜਦ ਕੋਈ ਸੌਦਾ ਵੇਚਦਾ ਹੈ, ਸੇਲਜ਼ਮੈਨ ਹੈ, ਕਿਸੇ ਵੀ ਵਸਤੂ ਦਾ ਸੁਭਾਵਕ ਕਾਰਾਂ ਵੇਚਦਾ ਹੈ, ਘਰ ਵੇਚਦਾ ਹੈ, ਪਹਿਲਾਂ ਸੇਲਜ਼ਮੈਨ ਵੇਚਦਾ ਹੈ, ਪ੍ਰਾਈਸ ਦੱਸਦਾ ਹੈ, ਬੁਨਿਆਦੀ ਜਾਣਕਾਰੀ ਦੱਸਦਾ ਹੈ, ਪਰ ਉਹਦੇ ਕੋਲ ਅਧਿਕਾਰ ਨਹੀਂ ਹੈ, ਉਹਨੂੰ ਫਾਈਨਲ ਕਰਨ ਦਾ ਅਧਿਕਾਰ ਨਹੀਂ ਹੈ। ਇਸੇ ਤਰ੍ਹਾਂ ਮਾਇਆ ਨੇ ਮੋਹ ਨੂੰ ਸੇਲਜ਼ਮੈਨ ਬਣਾਇਆ ਹੋਇਆ ਹੈ ਮੋਹਣ ਦੇ ਲਈ। ਮਾਇਆ ਮਨਮੋਹਣੀ ਮੋਹ ਦੇ ਲਈ ਆਪਣੇ ਏਲਚੀ ਨੂੰ ਅੱਗੇ ਕਰ ਦਿੰਦੀ ਹੈ, ਪਰ ਜਦੋਂ ਕਲੋਜ਼ ਅਪ ਕਰਦਾ ਹੈ ਤਾਂ ਫਿਰ ਢੇਰ ਸਾਰੇ ਦੁੱਖ ਦੇ ਦਿੰਦੀ ਹੈ, ਸਟ੍ਰੈਸ ਦਿੰਦੀ ਹੈ, ਤ੍ਰਿਸ਼ਨਾ ਜਗਾਉਂਦੀ ਹੈ, ਪੀੜਾ ਹੀ ਪੀੜਾ ਦਿੰਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਦੋਂ ਅੰਧਕਾਰ ਦੀਪਕ ਪ੍ਰਗਾਸੇ, ਜਦੋਂ ਹਨੇਰੇ ਘੁੱਪ ਦੇ ਵਿੱਚ ਦੀਵਾ ਪ੍ਰਕਾਸ਼ ਹੋ ਗਿਆ, ਉਹਦੀ ਲਾਈਟ ਜਗ ਪਈ, ਤਾਂ ਮਾਇਆ ਦਾ ਬਣਾਇਆ ਹੋਇਆ ਭਰਮ, ਮੋਹ, ਦੁੱਖ ਛਾਲਾ ਮਾਰ ਕੇ ਭੱਜ ਗਏ। ਪ੍ਰਾਣੀ ਸੁਤੰਤਰ ਹੋ ਗਿਆ, ਆਜ਼ਾਦ ਹੋ ਗਿਆ, ਸੁੱਖਾਂ ਦੇ ਸਮੁੰਦਰਾਂ 'ਚ ਤਰਨ ਲੱਗ ਪਿਆ। ਗੁਰੂ ਪਿਆਰਿਓ, ਆਪਾਂ ਇਸੇ ਪਦ ਨੂੰ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਇਹ ਹਰ ਰਸ ਪਾਵੇ ਜਨ ਕੋਏ, ਦਾ ਡਿਵਾਈਨ ਐਂਬਰੋਸੀਆ some rare person obtains. Very few on this planet are blessed to have that nectar. Amrit pੀਵੇ ਅਮਰ ਸੋ ਹੋਏ, he who quaffs this nectar becomes immortal, comes forever, lives forever, succeeded in his mission. No more birth, no more death. Only company of Lord. And always drink nectar, nectar of life. No more death. उस पुरख का नहीं कदे विनाश, जाके मन प्रगटे गुण तास. That man never perishes, within whom mind, the treasure of values, becomes manifest. There is no question of dying, no question of disappearing, because God blessed and gave him the light, gave him the nectar. आठ पहर हर का नाम ले, सच उपदेश सेवक को दे. The daily routine of the Guru's meditator, Guru's student, is remember Lord all the time. Put on auto system, day and night. Sing the song of Lord without any selfishness. Then he become filled up. From student, convert to teacher. And then start teaching, giving the lesson of truth to other students. Moh maya ke sang na lep. He not glued with material anymore. He not attached with any greed, any anger,
any pride, any worldly love. Now he is liberated. मन में राखे हर हर एक. Now he learned how to make plus his account, how to make his life great. He keeps his mind in the Lord all the time. अंधकार दीपक प्रगासे, नानक भरम मोह दुख तै ते नासे. Nanak, all the worldly attachments, love, pain, suffering are gone because of the light which God blessed on him. Now he became the giver. He became in position to serve. ਗੁਰੂ ਪਿਆਰਿਓ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਦੇ ਵਿੱਚ 13 ਕਿ ਹੈ ਹੀ ਸਾਰਾ ਕੁਝ ਤੇਰਾ, ਆਪਣੇ ਆਪ ਨੂੰ ਵਾਰ ਕੇ ਕੁਰਬਾਨ ਕਰਕੇ ਇੱਕ ਨਵੇਂ ਨਾਨਕ ਨੇ ਨਵਾਂ ਸਿਧਾਂਤ ਦੁਨੀਆ ਨੂੰ ਦਿੱਤਾ. ਸੰਸਾਰੀ ਪਰਿਵਾਰ, ਸੰਸਾਰੀ ਮਿੱਤਰ, ਗ੍ਰਹਿਸਤੀ, ਉਹਨਾਂ ਦੇ ਵਿੱਚ ਰਹਿ ਕੇ ਸੱਚ ਦਾ ਉਪਦੇਸ਼ ਦੇ ਕੇ ਦੁਨੀਆ ਨੂੰ ਲਿਬਰੇਟ ਕੀਤਾ. ਅੱਜ ਵੀ ਕਰ ਰਹੇ ਹੈ. ਅੱਜ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੇਵਾ ਕਰ ਰਹੇ ਨੇ. ਗੁਰੂ ਪਿਆਰਿਓ, ਸੱਚ ਹੈ ਹਮੇਸ਼ਾ ਦੇ ਲਈ ਸੇਵਾ ਦੇ ਲਈ ਹੀ. ਸੱਚ ਨੇ ਸੇਵਾ ਕਰਦੀ ਹੈ, ਝੂਠ ਨੇ ਫਸਾਉਣਾ ਹੈ. ਪਰ ਬਿਰਲੇ ਬਿਰਲਿਆਂ ਦੇ ਹਿੱਸੇ ਦੇ ਵਿੱਚ ਸੱਚ ਆਉਂਦਾ ਹੈ. ਉਸ ਦਾਤੇ ਦੀ ਕਿਰਪਾ ਦੇ ਨਾਲ ਹੀ, ਮਿਹਰ ਦੇ ਨਾਲ ਹੀ ਪ੍ਰਾਣੀ ਇਹਨੂੰ ਪਾ ਸਕਦਾ ਹੈ. ਜਦੋਂ ਝੂਠ ਮੁੱਕ ਗਿਆ, ਸੱਚ ਪਾ ਲਿਆ, ਝੂਠ ਹੀ ਮਾਰਦਾ ਹੈ, ਝੂਠ ਹੀ ਵਿਨਾਸ਼ ਹੈ. ਜਦੋਂ ਸੱਚ ਦੇ ਵਿੱਚ ਮਿਲ ਗਿਆ, ਫਿਰ ਅਮਰ ਹੀ ਅਮਰ ਹੈ. ਕਦੇ ਮਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ. ਕਹਿੰਦੇ ਨੇ ਕਿ ਕਾਂ ਤੇ ਸੱਪ ਕਦੇ ਕੁਦਰਤੀ ਮੌਤ ਨਹੀਂ ਮਰਦੇ. ਕਹਾਣੀ ਇਹ ਵੀ ਕਹਿੰਦੀ ਹੈ ਕਿ ਸੱਪ ਦੇ ਸਿਰ ਦੇ ਵਿੱਚ ਇੰਨੀ ਐਂਟੀਬਾਇਓਟਿਕਸ ਹੈ, ਇੰਨਾ ਉਹਦਾ ਇਮਿਊਨ ਸਿਸਟਮ ਤਕੜਾ ਹੈ ਕਿ ਉਹਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ. ਨੋ ਨੈਚੁਰਲ ਡੈਥ. ਜੇ ਉਹਨੂੰ ਮੌਤ ਆਉਂਦੀ ਹੈ ਤਾਂ ਐਕਸੀਡੈਂਟਲ ਹੀ ਆਉਂਦੀ ਹੈ, ਜਾਂ ਦੂਸਰਾ ਸੱਪ ਉਹਨੂੰ ਖਾ ਜਾਂਦਾ ਹੈ, ਜਾਂ ਇਨਸਾਨ ਮਾਰ ਦਿੰਦਾ ਹੈ. ਕੋਈ ਨਾ ਕੋਈ ਐਕਸੀਡੈਂਟਲ ਜਾਂ ਹਮਲੇ ਨਾਲ ਮਰ ਜਾਂਦਾ ਹੈ. ਕਾਂ ਦਾ ਵੀ ਇਹੀ ਹਾਲ ਹੈ. ਕਾਂ ਕਦੇ ਕੁਦਰਤੀ ਮੌਤ ਨਹੀਂ ਮਰਦਾ. ਭਾਵ ਦੋਨੇ ਜੀਵ ਬਿਮਾਰ ਹੁੰਦੇ ਹੀ ਨਹੀਂ. ਇਸੇ ਕਰਕੇ ਹੀ ਉਹਨਾਂ ਨੂੰ ਸਜ਼ਾ ਮਿਲਦੀ ਹੈ. ਇਸ ਜੂਨੀ ਦੇ ਆਉਣ ਦੇ ਵਿੱਚ ਦੀ ਸਜ਼ਾ ਕਰੋੜਾਂ ਸਾਲ, ਲੱਖਾਂ ਸਾਲ ਬਦਲ ਜਾਂਦਾ ਸਾਰਾ ਕੁਝ. ਪਰ ਕਾਂ ਤੇ ਸੱਪ ਜਿਉਂਦੇ ਦੇ ਜਿਉਂਦੇ. ਇਹ ਗੁਰਬਾਣੀ ਦੇ ਵਿੱਚ ਦਰਜ ਹੈ ਕਿ ਉਹ ਪੁਕਾਰਦੇ ਹਨ, ਆਰਾਧਨਾ ਕਰਦੇ ਹਨ ਕਿ ਸਾਨੂੰ ਨਵਾਂ ਜਨਮ ਦਿੱਤਾ ਜਾਵੇ, ਮਿਹਰ ਕੀਤੀ ਜਾਵੇ, ਤਾਂ ਕਿ ਅਸੀਂ ਮੁਕਤ ਹੋ ਜਾਈਏ. ਉਸ ਮੁਕਤੀ ਦੇ ਲਈ ਹਰ ਕੋਈ ਪੁਕਾਰਦਾ ਹੈ. ਈਵਨ ਦੇਵਤੇ, ਉਹ ਵੀ ਮੁਕਤੀ ਲੱਭਦੇ ਫਿਰਦੇ ਹਨ. ਭਗਤ ਉੱਤੇ ਕਿਰਪਾ ਗੁਰੂ ਦੀ ਹੁੰਦੀ ਹੈ,
ਗੁਰੂ ਮਿਹਰ ਕਰਦਾ ਹੈ, ਚਾਨਣ ਕਰਦਾ ਹੈ ਤੇ ਉਹਨੂੰ ਇਮੋਰਟਲ ਬਣਾ ਦਿੰਦਾ ਹੈ, ਸਦੀਵੀ ਬਣਾ ਦਿੰਦਾ ਹੈ। ਪਰ ਪ੍ਰਾਣੀ ਦਾ ਛੋਟਾ ਜਿਹਾ ਮਾਰਨਾ, ਆਪਣੇ ਆਪ ਨੂੰ ਕੁਰਬਾਨ ਕਰਨਾ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਬੜਾ ਸਸਤਾ ਸੌਦਾ। ਜੇ ਪ੍ਰਭੂ ਮਿਲਦਾ ਸਿਰ ਮਾਰਿਆ, ਹੋਰ ਕੀ ਲੈਣਾ? ਜੇ 8 ਪਹਿਰ ਧਿਆ ਕੇ, ਪਲ ਪਲ ਦੇ ਵਿੱਚ ਧਿਆ ਕੇ, ਉਹਦਾ ਨਾਮ ਜਪ ਕੇ, ਉਹਦਾ ਸਮਾਂ ਉਹਦੇ ਉੱਤੇ ਲਗਾ ਕੇ ਪ੍ਰਭੂ ਮਿਲਦਾ, ਹੋਰ ਕੀ ਚਾਹੀਦਾ? ਸੱਚੇ ਪਾਤਸ਼ਾਹ ਮਿਹਰ ਕਹਿੰਦੇ ਤੇ ਤਾਂ ਲੁੱਟਣੇ ਵਾਲੀ ਹੈ ਭਾਈ। ਤੂੰ ਲੁੱਟ ਕੇ ਆਪਣੇ ਆਪ ਨੂੰ ਭਰ ਲੈ, ਉਹਦਾ ਨਾਮ ਜਪ ਕੇ, ਫਿਰ ਦੂਸਰਿਆਂ ਨੂੰ ਵੰਡ ਦੇ। ਫਿਰ ਤੂੰ ਆ ਜਿਹੜਾ ਮੇਕਅਪ ਹੈ ਮਾਇਆ ਦਾ, ਇਹਦੇ ਵਿੱਚ ਨਹੀਂ ਫਸੇਗਾ। ਤੈਨੂੰ ਲੋੜ ਹੀ ਨਹੀਂ ਪੈਣੀ ਮਾਇਆ ਦੀ। ਮਾਇਆ ਤੋਂ ਬਿਨਾਂ ਹੀ ਤੂੰ ਮਾਇਆ ਨੂੰ ਦਾਸ ਬਣਾ ਕੇ ਰੱਖ ਸਕਦਾ। ਮਾਇਆ ਦਾ ਦਾਸ ਨਾ ਬਣ, ਮਾਇਆ ਨੂੰ ਆਪਣੀ ਦਾਸੀ ਬਣਾ ਲੈ, ਜਿਵੇਂ ਤੇਰੇ ਪਿਤਾ ਗੁਰੂ ਨਾਨਕ ਨੇ ਬਣਾਈ ਸੀ। ਫਿਰ ਤੇਰੇ ਅੰਦਰ ਰੌਸ਼ਨੀ ਹੈ, ਜਿਹੜੀ ਰੌਸ਼ਨੀ ਜਗ ਜਾਵੇਗੀ। ਅੰਧੇਰਾ ਚਾਨਣ ਦੇ ਵਿੱਚ ਬਦਲ ਜਾਵੇਗਾ ਤੇ ਜਿਹੜੇ ਮਾਇਆ ਦੇ ਬਣਾਏ ਹੋਏ ਦੁੱਖ ਸੁੱਖ ਭੈ ਭਰਮ ਸਭ ਗੁੰਮ ਜਾਣਗੇ, ਦੌੜ ਜਾਣਗੇ ਤੇ ਤੂੰ ਪ੍ਰਭੂ ਦਾ ਰੂਪ ਬਣ ਜਾਵੇਗਾ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।